ਨਾਮੀਬੀਆ ਇੱਕ ਅਜਿਹਾ ਦੇਸ਼ ਜੋ ਖਿੱਚ ਨੂੰ ਪ੍ਰੇਰਿਤ ਕਰਦਾ ਹੈ। ਸ਼ਾਨਦਾਰ ਲੈਂਡਸਕੇਪ ਅਤੇ ਕਈ ਤਰ੍ਹਾਂ ਦੇ ਜੰਗਲੀ ਜੀਵ ਜੋ ਤੁਹਾਡੇ ਸਾਹ ਨੂੰ ਦੂਰ ਲੈ ਜਾਂਦੇ ਹਨ। ਅਤੇ ਇਹ ਸਭ ਇੱਕ ਬਹੁਤ ਹੀ ਖਾਸ ਤਰੀਕੇ ਨਾਲ ਖੋਜਿਆ ਜਾ ਸਕਦਾ ਹੈ। ਮਾਰੂਥਲ ਐਕਸਪ੍ਰੈਸ ਅਫਰੀਕਾ ਦੇ ਕੁਝ ਸਭ ਤੋਂ ਸੁੰਦਰ ਖੇਤਰਾਂ ਵਿੱਚੋਂ ਲੰਘਦੇ ਹੋਏ ਇੱਕ ਖਾਸ ਤੌਰ ਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਪ੍ਰਦਾਨ ਕਰਦਾ ਹੈ। ਅਤੇ ਸਾਹਸ ਜੋ ਸਿਰਫ ਰੇਲਵੇ ਪ੍ਰੇਮੀਆਂ ਨੂੰ ਆਕਰਸ਼ਿਤ ਨਹੀਂ ਕਰੇਗਾ। ਪਹਿਲੀ ਵਾਰ ਨਾਮੀਬੀਆ ਆਉਣ ਵਾਲੇ ਸੈਲਾਨੀਆਂ ਨੂੰ ਇਸ ਦੇ ਮਾੜੇ ਤੋਂ ਬਚਣਾ ਮੁਸ਼ਕਲ ਹੋਵੇਗਾ। ਖਾਸ ਕਰਕੇ ਜੇਕਰ ਤੁਸੀਂ ਹੁਣ ਤੱਕ ਕਿਸੇ ਰੇਲਵੇ ਤੇ ਦੇਸ਼ ਨਾਲ ਜਾਣ ਪਛਾਣ ਕਰ ਰਹੇ ਹੋ। ਇਹ ਵਿਸ਼ੇਸ਼ ਰੇਲ ਯਾਤਰਾ ਜਰਮਨ ਅਤੇ ਅੰਗਰੇਜ਼ੀ ਬੋਲਣ ਵਾਲੇ ਸਿਤਾਰੇ ਦੇ ਮਾਰਗਦਰਸ਼ਨ ਵਿੱਚ ਯਾਤਰੀਆਂ ਨੂੰ ਨਾਮੀਬੀਆ ਦੀਆਂ ਬਹੁਤ ਸਾਰੀਆਂ ਹਾਈਲਾਈਟਾਂ ਤੱਕ ਲੈ ਜਾਂਦੀ ਹੈ। ਦੇਸ਼ ਦੇ ਬਹੁਤ ਸਾਰੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਭਰਪੂਰ ਵਿਭਿੰਨ ਟੂਰ। ਨਾਮੀਬੀਆ ਦੀ ਵਿੰਡਹੋਕ ਰਾਜਧਾਨੀ। ਮਸ਼ਹੂਰ ਘੋੜਸਵਾਰ ਸਮਾਰਕ ਜਰਮਨੀ ਦੇ ਬਸਤੀਵਾਦੀ ਅਤੀਤ ਨੂੰ ਇੱਕ ਸ਼ਰਧਾਂਜਲੀ ਹੈ ਜਿਸ ਦੇ ਆਰਕੀਟੈਕਚਰਲ ਨਿਸ਼ਾਨ ਅਜੇ ਵੀ ਉਸ ਸਾਰੇ ਹਿੱਸੇ ਵਿੱਚ ਪਾਏ ਜਾ ਸਕਦੇ ਹਨ ਜਿਸ ਨੂੰ ਜਰਮਨ ਦੱਖਣ ਪੱਛਮੀ ਅਫਰੀਕਾ ਵਜੋਂ ਜਾਣਿਆ ਜਾਂਦਾ ਸੀ। ਸ਼ਹਿਰ ਦੀ ਸੈਰ ਕਰਦੇ ਹੋਏ ਅਤੇ ਥੋੜੇ ਸਮੇਂ ਲਈ ਖਰੀਦਦਾਰੀ ਕਰਨ ਵਾਲੇ ਯਾਤਰੀਆਂ ਨੂੰ ਉੱਥੇ ਦੇਸ਼ ਅਤੇ ਇਸ ਦੇ ਲੋਕਾਂ ਦੇ ਪਹਿਲੇ ਪ੍ਰਭਾਵ ਮਿਲਣਗੇ ਅਤੇ ਸਭ ਤੋਂ ਵੱਧ ਉਹ ਨਾਮੀਬੀਆ ਦੇ ਅਸਲ ਨਿਗਮ ਦੀ ਕਦਰ ਕਰਨਗੇ। ਵਿੰਡਹੋਕਸ ਰੇਲਵੇ ਸਟੇਸ਼ਨ ਅਤੇ ਇੱਥੇ ਰੇਗਿਸਤਾਨ ਐਕਸਪ੍ਰੈਸ ਪਲੇਟਫਾਰਮ 1 ਤੇ ਹੌਲੀ-ਹੌਲੀ ਰੁਕ ਰਹੀ ਹੈ। ਅਗਲੇ ਕੁਝ ਦਿਨਾਂ ਲਈ ਇਹ ਵਿਸ਼ੇਸ਼ ਚਾਰਟਰਡ ਟਰੇਨ ਪਹਿਆਂ ਤੇ ਉਹਨਾਂ ਦਾ ਘਰ ਹੋਵੇਗੀ। ਤੁਰੰਤ ਅੰਦਾਜ਼ਾ ਰੇਲ ਸਟਾਰ ਦੇ ਦੋਸਤਾਨਾ ਹੱਥਾਂ ਵਿੱਚ ਆਪਣੇ ਆਪ ਨੂੰ ਛੱਡ ਸਕਦਾ ਹੈ। ਇੱਕ ਡਾਇਨਾਮਿਕ ਤੇ ਸ਼ਾਵਰ ਟਾਇਲਟ ਅਤੇ ਵਾਸ਼ ਬੇਸਿਨ ਦੇ ਨਾਲ ਆਰਾਮਦਾਇਕ ਡੱਬੇ ਵਿੱਚ ਇੱਕ ਝਲਕ। ਸ਼ਾਮ ਨੂੰ ਸਟਾਫ ਡੱਬੇ ਨੂੰ ਇੱਕ ਬੈੱਡਰੂਮ ਵਿੱਚ ਬਦਲ ਦਿੰਦਾ ਹੈ ਤਾਂ ਜੋ ਅਨੁਮਾਨ ਲਗਾਉਣ ਵਾਲੇ ਨਾਮੀਬੀਆ ਦੀਆਂ ਰਾਤਾਂ ਵਿੱਚ ਆਰਾਮ ਨਾਲ ਸੌਂ ਸਕਣ। ਆਨਬੋਰਡ ਰੈਸਟੋਰੈਂਟ ਯਾਤਰਾ ਦਾ ਪਹਿਲਾ ਦੁਪਹਿਰ ਦਾ ਖਾਣਾ ਦਿੰਦਾ ਹੈ। ਮੂਡ ਆਰਾਮਦਾਇਕ ਹੈ। ਇਹ ਤੁਹਾਡੇ ਸਾਥੀ ਯਾਤਰੀਆਂ ਨੂੰ ਜਾਣਨ ਦਾ ਇੱਕ ਚੰਗਾ ਪਲ ਹੈ। ਕੁਝ ਲਈ ਇਹ ਇੱਕ ਲੰਬੀ ਦੋਸਤੀ ਦੀ ਸ਼ੁਰੂਆਤ ਹੋਵੇਗੀ। ਰੇਲਗੱਡੀ ਨੇ ਰਾਜਧਾਨੀ ਹਵਾ ਦੀ ਉਮੀਦ ਛੱਡ ਦਿੱਤੀ ਹੈ ਅਤੇ ਨਾਮੀਬੀਆ ਦੇ ਬਹੁਤ ਸਾਰੇ ਸ਼ਾਨਦਾਰ ਲੈਂਡਸਕੇਪ ਵਿੱਚੋਂ ਇੱਕ ਵਿੱਚੋਂ ਲੰਘ ਰਹੀ ਹੈ। ਮਾਰੂਥਲ ਨੇ ਨਾਮੀਬੀਆ ਦੇ ਰਾਸ਼ਟਰੀ ਰੇਲਵੇ ਦੇ ਮਾਣ ਨੂੰ ਪ੍ਰਗਟ ਕੀਤਾ ਹੈ ਜੋ ਜਰਮਨ ਇੰਜੀਨੀਅਰਾਂ ਦੇ ਸਹਿਯੋਗ ਨਾਲ ਬਹੁਤ ਧਿਆਨ ਨਾਲ ਤਿਆਰ ਕੀਤਾ ਗਿਆ ਹੈ ਅਤੇ ਬਣਾਇਆ ਗਿਆ ਹੈ। ਇੱਕ ਵਿਲੱਖਣ ਦੇਸ਼ ਦੁਆਰਾ ਰੇਲਾਂ ਤੇ ਇੱਕ ਵਿਲੱਖਣ ਸਾਹਸ। ਫਿਸ਼ ਰਿਵਰ ਕੈਨੀਅਨ ਤੇ ਇੱਕ ਸਟਾਪ ਅਫਰੀਕਾ ਦੀ ਸਭ ਤੋਂ ਵੱਡੀ ਕੈਨੀਅਨ ਅਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਘਾਟੀ। ਲੱਖਾਂ ਸਾਲਾਂ ਵਿੱਚ ਮੱਛੀ ਨਦੀ ਦੁਆਰਾ ਇੱਕ ਪਠਾਰ ਵਿੱਚੋਂ ਉਤਰਿਆ ਇੱਕ ਸ਼ਾਨਦਾਰ ਕੁਦਰਤੀ ਅਜੂਬਾ।
ਕਾਲਹਾਰੀ ਮਾਰੂਥਲ ਦੇ ਕਿਨਾਰੇ ਨਾਲ ਯਾਤਰਾ ਜਾਰੀ ਹੈ। ਕਿਤੇ ਰੇਗਿਸਤਾਨ ਐਕਸਪ੍ਰੈਸ ਅਸਲ ਵਿੱਚ ਇਸ ਦੇ ਨਾਮ ਨਾਲ ਲਿਆ ਕਰਦਾ ਹੈ। ਅਗਲਾ ਸਟੇਸ਼ਨ ਕੇਟਮੈਂਟਲ। ਪੁਰਾਣੇ ਦਿਨਾਂ ਵਿੱਚ ਇਹ ਸ਼ਹਿਰ ਇੱਕ ਮਹੱਤਵਪੂਰਨ ਰੇਲਵੇ ਜੰਕਸ਼ਨ ਸੀ। ਇੱਕ ਪ੍ਰਾਚੀਨ ਪਾਰਕ ਲੋਕੋਮੋਟਿਵ ਸਟੇਸ਼ਨਾਂ ਦੀ ਪੁਰਾਣੀ ਸ਼ਾਨ ਦੀ ਗਵਾਹੀ ਦਿੰਦਾ ਹੈ। ਇੱਥੋਂ ਅੰਦਾਜ਼ਾ ਲਗਾਓ ਮਸ਼ਹੂਰ ਤਰਕਸ਼ ਦੇ ਰੁੱਖ ਦੇ ਜੰਗਲ ਦੀ ਯਾਤਰਾ ਕਰੋ। ਇੱਥੇ ਲਗਭਗ 250 ਨਮੂਨੇ ਅਤੇ ਇੱਕ ਖਾਸ ਜੰਗਲ ਹਨ। ਅਜੀਬ ਆਕਾਰ ਦੇ ਰੁੱਖ ਨਾਮੀਬੀਆ ਦੇ ਬਹੁਤ ਸਾਰੇ ਰਾਸ਼ਟਰੀ ਖਜ਼ਾਨਿਆਂ ਦਾ ਹਿੱਸਾ ਹਨ। ਕੁਝ 300 ਸਾਲ ਤੱਕ ਪੁਰਾਣੇ ਹਨ ਅਤੇ ਚੱਟਾਨਾਂ ਦੇ ਵਿਚਕਾਰ ਸੰਪੂਰਨ ਕੁਦਰਤੀ ਮੂਰਤੀਆਂ ਬਣਾਉਂਦੇ ਹਨ। ਜਿਵੇਂ ਹੀ ਦੁਪਹਿਰ ਦਾ ਸਮਾਂ ਬੰਦ ਹੁੰਦਾ ਹੈ, ਮਹਿਮਾਨ ਲੌਂਜ ਟੈਰੇਸ ਵਿੱਚ ਆਰਾਮ ਕਰਦੇ ਹਨ ਅਤੇ ਥੋੜੀ ਜਿਹੀ ਗੱਲਬਾਤ ਅਤੇ ਇੱਕ ਵਧੀਆ ਗਲਾਸ ਵਾਈਨ ਪੜ੍ਹਦੇ ਹਨ ਜੋ ਆਮ ਜੀਵਨ ਦੇ ਤਣਾਅ ਅਤੇ ਤਣਾਅ ਨੂੰ ਜਲਦੀ ਭੁੱਲ ਗਿਆ ਸੀ। ਅਫਰੀਕੀ ਸ਼ਾਂਤੀ ਇੱਥੇ ਲੈਅ ਨੂੰ ਸੈੱਟ ਕਰਦੀ ਹੈ। ਡੁੱਬਦਾ ਸੂਰਜ ਸੰਪੂਰਨ ਪੋਸਟਕਾਰਡ ਬੈਕਡ੍ਰੌਪ ਪ੍ਰਦਾਨ ਕਰਦਾ ਹੈ ਕਿਉਂਕਿ ਮਾਰੂਥਲ ਐਕਸਪ੍ਰੈਸ ਹੌਲੀ ਹੌਲੀ ਆਪਣੀ ਅਗਲੀ ਮੰਜ਼ਿਲ ਵੱਲ ਤੁਰਦੀ ਹੈ। ਇੱਕ ਸ਼ਾਰਟ ਸਟਾਪ ਵਿੱਚ ਉਸ ਦਾ ਮਾਨੀਟਰ ਦਾ ਪਿੰਡ ਸੀ। ਨਾਸ਼ਤੇ ਵਿੱਚ ਜਰਮਨ ਘਰੇਲੂ ਰਸੋਈ ਦੇ ਨਾਲ ਕੁਝ ਪਰੰਪਰਾਗਤ ਅਫਰੀਕੀ ਲੋਕ ਯਾਦ ਰੱਖਣ ਲਈ ਇੱਕ ਭੋਜਨ ਬਣਾਉਂਦੇ ਹਨ। ਸਫ਼ਰ ਫਿਰ ਬੱਸ ਰਾਹੀਂ ਜਾਰੀ ਰਹਿੰਦਾ ਹੈ। ਇੱਕ ਅਲੱਗ ਬਜਰੀ ਵਾਲੀ ਸੜਕ ਕੜੀ ਚੱਟਾਨ ਦੇ ਪੁੰਜ ਤੱਕ ਅਨੁਮਾਨ ਲਗਾਉਂਦੀ ਹੈ। ਨਾਮੀਦ ਨੇ ਕਿਹਾ ਕਿ ਇਹ ਹੁਣ ਚੱਟਾਨ ਨੈਸ਼ਨਲ ਪਾਰਕ ਹੈ। ਮੰਜ਼ਿਲ ਇੱਕ ਸ਼ਾਨਦਾਰ ਸਥਿਤ ਲਾਂਚ ਹੈ। ਇੱਕ ਸ਼ਾਨਦਾਰ ਪਹਾੜੀ ਲੈਂਡਸਕੇਪ ਦੇ ਮੱਧ ਵਿੱਚ ਸੰਪੂਰਨ ਓਏਸਿਸ। ਲਾਂਚ ਦੇ ਬਿਲਕੁਲ ਸਾਹਮਣੇ ਸ਼ਾਨਦਾਰ ਇਹ ਕਰਦਾ ਹੈ ਅਤੇ ਵਿਦੇਸ਼ੀ ਜੰਗਲੀ ਜੀਵਨ। ਹੋਰ ਇੱਕ ਸਾਰਟੀਲੋਪਸ ਦੇ ਕੋਲ ਜ਼ਮੀਨੀ ਗਿਲਹਰੀਆਂ ਭੋਜਨ ਲਈ ਉਧਾਰ ਲੈਣ ਤੋਂ ਪਹਿਲਾਂ ਧਿਆਨ ਨਾਲ ਆਪਣੇ ਆਲੇ ਦੁਆਲੇ ਦਾ ਸਰਵੇਖਣ ਕਰਦੀਆਂ ਹਨ। ਦੇਰ ਦੁਪਹਿਰ ਵਿੱਚ ਇਹ ਵਿਸ਼ਾਲ ਜੰਗਲੀ ਜੀਵ ਸੁਰੱਖਿਆ ਵਿੱਚ ਸਫਾਰੀ ਤੇ ਜਾਣ ਦਾ ਸਮਾਂ ਹੈ। ਇੱਕ ਵੱਖਰੀ ਦੁਨੀਆ ਵਿੱਚ ਸਵਾਗਤ ਹੈ। ਨਮੀਬ ਵਿੱਚ ਹੁਣ ਤਲਿਫ ਪਾਰਕ ਦੇ ਰੇਤ ਦੇ ਟਿੱਬੇ ਬੇਅੰਤ ਵਾਲੇ ਮੈਦਾਨਾਂ ਵਿੱਚੋਂ ਛਾਲ ਮਾਰਦੇ ਹਨ। ਇੱਕ ਪਰੀ ਕਹਾਣੀ ਲੈਂਡਸਕੇਪ। ਰੋਸ਼ਨੀ ਅਤੇ ਰੰਗ ਦਾ ਆਪਸ ਵਿੱਚ ਹਰ ਸਕਿੰਟ ਅਫਰੀਕਾ ਦਾ ਤੱਕ ਬਦਲਦਾ ਹੈ। ਇੱਕ ਲਾਜ਼ਮੀ ਸੂਰਜ ਡੁੱਬਣ ਦੇ ਨਾਲ ਇੱਕ ਘਟਨਾਪੂਰਨ ਦਿਨ ਇੱਕ ਸੰਪੂਰਨ ਵਿੱਚ ਲਿਆਇਆ ਗਿਆ ਸੀ। ਦੁਨੀਆ ਦਾ ਸਭ ਤੋਂ ਪੁਰਾਣਾ ਮਾਰੂਥਲ ਨਾਮਿਕ ਦੇ ਵਿਸ਼ਾਲ ਗੇਰੂ ਰੰਗ ਦੇ ਟਿੱਬੇ। ਲੱਖਾਂ ਸਾਲਾਂ ਵਿੱਚ ਬਣੀਆਂ ਬਦਲਦੀਆਂ ਜੂਨਾਂ ਨੂੰ ਸਮੇਂ ਦੁਆਰਾ ਨਿਰੰਤਰ ਰੂਪ ਦਿੱਤਾ ਜਾ ਰਿਹਾ ਹੈ।
ਇਸ ਮਨਮੋਹਕ ਲੈਂਡਸਕੇਪ ਰਾਹੀਂ ਸਵੇਰ ਦਾ ਸਫ਼ਰ ਕਰਨਾ ਯਾਤਰਾ ਦੀਆਂ ਮੁੱਖ ਗੱਲਾਂ ਵਿੱਚੋਂ ਇੱਕ ਹੈ। ਜਿਨ੍ਹਾਂ ਨੇ ਕੜੀ ਚੜ੍ਹਾਈ ਦਾ ਉਦਮ ਕੀਤਾ ਉਹ ਦੁਨੀਆ ਦੀ ਸਭ ਤੋਂ ਉੱਚੀ ਜੂਨ ਤੇ ਚੜ੍ਹਦੇ ਹਨ। ਕਿ ਕਬੂਲ ਪੈਨੋਰਾਮਾ ਨਾਲ ਨਿਵਾਜਿਆ ਜਾਵੇਗਾ। ਹੇਠਾਂ ਮਰੇ ਹੋਏ ਚਿੱਟੇ ਨਮਕ ਦੇ ਫਲੈਟ ਹਨ ਜੋ 900 ਸਾਲ ਦੇ ਮੰਨੇ ਜਾਂਦੇ ਮਰੇ ਹੋਏ ਓਕ ਦੇ ਕੰਡੇਦਾਰ ਰੁੱਖਾਂ ਦੇ ਪਿੰਜਰ ਲਈ ਮਸ਼ਹੂਰ ਹਨ ਜਾਂ ਅਤੇ ਉਹਨਾਂ ਲਈ ਜੋ ਅਜੇ ਤੱਕ ਬੇਨਤੀ ਤੇ ਪ੍ਰਭਾਵਿਤ ਨਹੀਂ ਹੋਏ ਹਨ। ਤੁਸੀਂ ਨਾਮੀਬ ਅਤੇ ਹੁਣ ਕਲਿਫਟ ਪਾਰਕ ਦੇ ਉੱਪਰ ਇੱਕ ਵਿਸ਼ੇਸ਼ ਸੈਰ ਸਪਾਟੇ ਦੀ ਉਡਾਣ ਲੈ ਸਕਦੇ ਹੋ। ਹਵਾ ਤੋਂ ਸ਼ਾਇਦ ਮਸ਼ਹੂਰ ਪਰੀ ਚੱਕਰ ਖਾਸ ਤੌਰ ਤੇ ਪ੍ਰਭਾਵਸ਼ਾਲੀ ਹਨ। ਰੇਤ ਦੇ ਬੇਅੰਤ ਸਮੁੰਦਰ ਵਾਂਗ ਨਮੀਬ ਮਾਰੂਥਲ ਦੂਰੀ ਤੱਕ ਫੈਲਿਆ ਹੋਇਆ ਹੈ। ਇਨਫਿਨਿਕਸ ਫੌਨਾ ਅਤੇ ਰੰਗਾਂ ਦਾ ਇੱਕ ਕੁਦਰਤੀ ਤਮਾਸ਼ਾ। ਜਿਵੇਂ ਹੀ ਸੂਰਜ ਅਸਮਾਨ ਵਿੱਚ ਘੁੰਮਦਾ ਹੈ ਰੰਗ ਅਤੇ ਪਰਛਾਵੇਂ ਇਸ ਦੇ ਨਾਲ ਬਦਲਦੇ ਹਨ। ਇੱਕ ਸਾਹ ਲੈਣ ਵਾਲਾ ਤਜਰਬਾ। ਐਟਲਾਂਟਿਕ ਤੱਟ ਤੇ ਇੱਕ ਜੀਵੰਤ ਛੋਟੇ ਜਿਹੇ ਕਸਬੇ ਸਵਾਕੁਟਮਰਨ ਵਿੱਚ ਪਹੁੰਚਣਾ। ਇਸ ਅਫਰੀਕੀ ਰਿਜ਼ੋਰਟ ਦੇ ਨਾਲ ਛੁੱਟੀਆਂ ਵਾਲੇ ਬੀਚ ਸਵਾਕੁਟਮੁੰਡ ਜਰਮਨ ਵਿਰਾਸਤ ਸਖਤ ਤੌਰ ਤੇ ਸੱਭਿਆਚਾਰਾਂ ਦਾ ਅਸਲ ਪਿਘਲਣ ਵਾਲਾ ਕੜਾ ਹੈ। ਕਸਬੇ ਦੇ ਕੇਂਦਰ ਵਿੱਚ ਸੈਰ ਕਰਨ ਨਾਲ ਸ਼ਾਨਦਾਰ ਬੁਟੀਕ ਅਤੇ ਸਮਾਰਕ ਦੀਆਂ ਦੁਕਾਨਾਂ ਦਾ ਪਤਾ ਲੱਗਦਾ ਹੈ, ਪਰ ਸ਼ਾਇਦ ਬਸਤੀਵਾਦੀ ਅਤੀਤ ਦੇ ਤੌਰ ਤੇ ਪਤਾ ਹੋਣ ਦੇ ਸੰਕੇਤ ਕਦੇ ਵੀ ਦੂਰ ਨਹੀਂ ਹਨ। ਇੱਥੇ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਜਰਮਨ ਵਸਨੀਕਾਂ ਦੇ ਉੱਘੇ ਦਿਨ ਦੀ ਗਵਾਹੀ ਦਿੰਦੀਆਂ ਹਨ। ਇਸ ਤਨਖਾਹ ਦੇ ਦੌਰਾਨ ਸੈਂਕੜੇ ਫਲੇਮਿੰਗੋ ਭੋਜਨ ਦੀ ਭਾਲ ਵਿੱਚ ਝੀਲਾਂ ਵੱਲ ਆ ਗਏ। ਸੁੰਦਰਤਾ ਅਤੇ ਕਿਰਪਾ ਦਾ ਇੱਕ ਦਰਸ਼ਨ। ਅਟਲਾਂਟਿਕ ਤੱਟ ਤੋਂ ਦੇਸ਼ ਦੀ ਸਭ ਤੋਂ ਪੁਰਾਣੀ ਰੇਲਵੇ ਲਾਈਨ ਤੇ ਯਾਤਰਾ ਜਾਰੀ ਹੈ। ਪੂਰਬ ਵੱਲ ਵਾਪਸ ਅੰਦਰੂਨੀ ਵਿੱਚ ਸਾਡੀ ਜ਼ਮੀਨ ਨੂੰ ਗੂੰਗਾ ਕਰਨ ਲਈ। ਤੋਰਾ ਤੇ ਇੱਕ ਸਟਾਪ ਇੱਕ ਪ੍ਰਾਇਮਰੀ ਸਕੂਲ ਇੱਕ ਸਕੂਲ ਵੀ ਅੰਸ਼ਕ ਤੌਰ ਤੇ ਰੇਲ ਮਹਿਮਾਨਾਂ ਦੇ ਦਾਨ ਦੁਆਰਾ ਫੰਡ ਕੀਤਾ ਜਾਂਦਾ ਹੈ। ਇੱਥੇ ਸਕੂਲ ਜਾਣ ਵਾਲੇ ਬਹੁਤ ਸਾਰੇ ਬੱਚੇ ਅਨਾਥ ਹਨ ਅਤੇ ਚੰਗੀ ਸਿੱਖਿਆ ਉਹਨਾਂ ਨੂੰ ਚੰਗੇ ਭਵਿੱਖ ਦਾ ਮੌਕਾ ਦਿੰਦੀ ਹੈ। ਟੁੱਟਣ ਵਾਲੇ ਤਾਂਬੇ ਨੂੰ ਇਸ ਦੀ ਸ਼ਕਲ ਕਾਰਨ ਨਮੀਬੀਆ ਦਾ ਮੈਟਲ ਹਾਰਨ ਵੀ ਕਿਹਾ ਜਾਂਦਾ ਹੈ। ਵਿਸ਼ਾਲ ਗ੍ਰਾਂਟ ਕੀਤੇ ਬਲਾਕ ਅਤੇ ਅਜੀਬ ਚੱਟਾਨਾਂ ਦੀ ਬਣਤਰ ਇੱਕ ਵਿਲੱਖਣ ਲੈਂਡਸਕੇਪ ਬਣਾਉਂਦੀ ਹੈ। ਹਜ਼ਾਰਾਂ ਸਾਲ ਪੁਰਾਣੀ ਬੁਸ਼ਮੈਨ ਮੌਕ ਪੇਂਟਿੰਗਾਂ ਬਾਹਰ ਦੀਆਂ ਫਸਲਾਂ ਵਿਚਕਾਰ ਖਿੰਡੀਆਂ ਹੋਈਆਂ ਹਨ। ਰੇਲਗੱਡੀ ਤੇ ਵਾਪਸ ਆਉਣ ਵਾਲੇ ਦਿਨ ਡਰਿੰਕਸ ਅਤੇ ਸਨੈਕ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ, ਜਿਸ ਦੀ ਉਮੀਦ ਰੇਗਿਸਤਾਨ ਐਕਸਪ੍ਰੈਸ ਦੀ ਯਾਤਰਾ ਤੇ ਕੀਤੀ ਜਾਂਦੀ ਹੈ।
ਫਿਰ ਰੇਲਗੱਡੀ ਇਸ ਵਾਰ ਉੱਤਰ ਵੱਲ ਆਪਣੀ ਯਾਤਰਾ ਮੁੜ ਸ਼ੁਰੂ ਕਰਦੀ ਹੈ। ਅਗਲੇ ਵੱਡੇ ਦੇ ਵਿਸਤ੍ਰਿਤ ਮੈਦਾਨਾਂ ਤੇ ਚੌਣ ਵਾਲੇ ਹਿਰਨ ਨੇ ਪਹਿਲਾਂ ਹੀ ਵਿਦੇਸ਼ੀ ਜੰਗਲੀ ਜੀਵਨ ਦੇ ਆਉਣ ਦਾ ਸੰਕੇਤ ਦਿੱਤਾ ਹੈ। ਪਹਿਲੀ ਸ਼੍ਰੇਣੀ ਦੀ ਰਿਹਾਇਸ਼ ਕੋਈ ਇੱਛਾ ਅਧੂਰੀ ਨਹੀਂ ਛੱਡਦੀ। ਅਨੁਮਾਨ ਹੈ ਕਿ ਅਸੀਂ ਅਗਲੀਆਂ 2 ਰਾਤਾਂ ਇੱਥੇ ਬਿਤਾਵਾਂਗੇ। ਟੋਰਸ਼ਨ ਨੈਸ਼ਨਲ ਪਾਰਕ ਵਿੱਚ ਇੱਕ ਰੋਮਾਂਚਕ ਸਫਾਰੀ ਲਈ ਇੱਕ ਸੰਪੂਰਨ ਜੰਪਿੰਗ ਆਫ ਪੁਆਇੰਟ। ਇਹ ਨਾਮੀਬੀਆ ਦਾ ਸਭ ਤੋਂ ਵੱਡਾ ਜੰਗਲੀ ਜੀਵ ਰੱਖਿਆ ਹੈ। ਅਟੋਚਾ ਪੈਨ ਅਫਰੀਕਾ ਦੇ ਸਭ ਤੋਂ ਵਿਭਿੰਨ ਜੰਗਲੀ ਜੀਵ ਖੇਤਰਾਂ ਵਿੱਚੋਂ ਇੱਕ ਹੈ। ਪੂਰੇ ਸਾਲ ਦੌਰਾਨ ਮਹਾਂਦੀਪ ਦੇ ਜ਼ਿਆਦਾਤਰ ਵੱਡੇ ਖੇਡ ਜਾਨਵਰ ਇੱਥੇ ਦੇਖੇ ਜਾ ਸਕਦੇ ਹਨ। ਜੰਗਲੀ ਜੀਵ ਰਾਖਵਾਂ ਵਿਸ਼ੇਸ਼ ਤੌਰ ਤੇ ਇਸ ਦੀ ਵਿਸ਼ਾਲ ਸ਼ੇਰ ਆਬਾਦੀ ਲਈ ਮਸ਼ਹੂਰ ਹੈ। ਸੌ ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਥਣਧਾਰੀ ਜੀਵਾਂ ਦੇ ਨਾਲ ਇੱਥੇ ਦੀ ਜੈਵ ਵਿਭਿੰਨਤਾ ਬਹੁਤ ਜ਼ਿਆਦਾ ਹੋ ਸਕਦੀ ਹੈ। ਸ਼ੌਕੀਨ ਫੋਟੋਗ੍ਰਾਫਰ ਸਵਰਗ ਵਿੱਚ ਹਨ ਅਤੇ ਕੌਣ ਜਾਣਦਾ ਹੈ ਕਿ ਕੁਝ ਕਿਸਮਤ ਨਾਲ ਸ਼ਾਇਦ ਇੱਕ ਦੁਰਲੱਭ ਕਾਲਾ ਗੈਂਡਾ ਵੀ ਲੈਂਸ ਦੇ ਸਾਹਮਣੇ ਆਪਣਾ ਰਸਤਾ ਲੱਭ ਲਵੇਗਾ। ਰਾਸ਼ਟਰੀ ਪਾਰਕਾਂ ਵਿੱਚ ਬਹੁਤ ਸਾਰੇ ਪਾਣੀ ਦੇ ਛੇਕ ਵਿੱਚ ਜੰਗਲੀ ਜੀਵਨ ਦੀ ਵਿਭਿੰਨਤਾ ਸਭ ਤੋਂ ਪ੍ਰਭਾਵਸ਼ਾਲੀ ਹੈ। ਪਹਿਲਾਂ ਇੱਥੇ ਇਕੱਠੇ ਹੋਣ ਲਈ ਸਾਰੇ ਜਾਨਵਰਾਂ ਨੂੰ ਕੰਪਾਈਲ ਕਰਦਾ ਹੈ। ਆਖਰਕਾਰ ਇਹ ਕੁਝ ਅਬੁੱਲ ਜੰਗਲੀ ਜੀਵਨ ਦੀਆਂ ਤਸਵੀਰਾਂ ਲਈ ਲਗਭਗ ਇੱਕ ਗਾਰੰਟੀ ਹੈ। ਰੇਲਗੱਡੀ ਤੇ ਆਖਰੀ ਸ਼ਾਮ ਨੂੰ ਵਿੰਡੋ ਤੇ ਵਾਪਸ ਜਾਣ ਦਾ ਸਮਾਂ ਹੈ। ਮਹਿਮਾਨਾਂ ਨੂੰ ਉਹਨਾਂ ਦੀ ਯਾਤਰਾ ਲਈ ਬੁੱਕਵੇ ਫਿਨਿਸ਼ ਦੀ ਪੇਸ਼ਕਸ਼ ਕਰਨ ਲਈ ਚੀਜ਼ਾਂ ਨੇ ਇੱਕ ਵਾਰ ਫਿਰ ਸਾਰੇ ਸਟਾਪਾਂ ਨੂੰ ਬਾਹਰ ਕੱਢ ਲਿਆ। ਇੱਕ ਵਿਲੱਖਣ ਸਾਹਸ ਦਾ ਅੰਤ ਹੁੰਦਾ ਹੈ। ਪਰ ਜੋ ਬਚਿਆ ਹੈ ਉਹ ਦੇਸ਼ ਲਈ ਇੱਕ ਮੋਹ ਹੈ ਜਿਸਨੇ ਇਹਨਾਂ ਯਾਤਰੀਆਂ ਨੂੰ ਇੰਨੀ ਮਜ਼ਬੂਤੀ ਨਾਲ ਸੌਂਪਿਆ ਲਿਆਇਆ ਹੈ। ਨਾਮੀਬੀਆ ਖਾਸ ਤੌਰ ਤੇ ਸੁੰਦਰ ਸੂਰਜ ਡੁੱਬਣ ਦੇ ਨਾਲ ਛੁੱਟੀ ਲੈਂਦਾ ਹੈ। ਰੰਗਾਂ ਦਾ ਇੱਕ ਅਸਲ ਫਾਇਰਵਰਕ ਡਿਸਪਲੇ ਜੋ ਸਿਰਫ ਅਫਰੀਕਾ ਵਿੱਚ ਪਾਇਆ ਜਾ ਸਕਦਾ ਹੈ।